ਬਿਆਨ ਦੇਣ ਵਾਲੇ ਜਥੇਦਾਰ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਪਹਿਲਾਂ ਜਿੰਨੇ ਵੀ ਅਕਾਲੀ ਦਲ ਦੇ ਮੈਂਬਰ ਨੇ ਸਣੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਜੀ ਬਾਦਲ ਔਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਹੁਦੇਦਾਰ ਸਾਰਿਆਂ ਨੂੰ ਲਾਇਸੈਂਸ ਹਥਿਆਰ ਦਵਾ ਕੇ ਆਪ ਵੀ ਹਥਿਆਰਬੰਦ ਹੋ ਜਾਓ। 1 ਕਰੋੜ ਹਥਿਆਰ ਕੌਣ ਸਪਲਾਈ ਕਰੇਗਾ, ਕੌਣ ਉਹਨਾਂ ਦੀ ਮੇਨਟੇਨੈਂਸ ਕਰਵਾਏਗਾ, ਕੌਣ ਉਹਦੇ ਲਾਇਸੈਂਸ ਲੈ ਕੇ ਦੇਗਾ? ਇਹਦੇ ਬਾਰੇ ਸੋਚਿਆ ਕਦੀ? ਨਹੀਂ ਸੋਚਿਆ। ਜਿਹੜੇ ਰਾਗੀ ਤੇ ਪਾਠੀਆਂ ਨੂੰ ਆਪਾਂ ਤਨਖਾਹ ਜਿੰਨੀ ਕੁ ਦਿੰਨੇ ਆ ਉਹ ਚ ਸਿਰਫ ਲੰਗਰ ਪਾਣੀ ਚ ਵਿਛਾ ਕੇ ਤੇ ਗੁਜ਼ਾਰਾ ਕਰੇ ਅਗਲਾ, ਤੇ ਉਹ ਚ ਹਥਿਆਰ ਕਿਵੇਂ ਖਰੀਦ ਲੂ 50-50 60 ਹਜ਼ਾਰ ਦੇ? ਸੋ ਇਹ ਜਿਹੜਾ ਨਾ ਇਕੱਲੇ ਜਥੇਦਾਰ ਸਾਹਿਬ ਦਾ ਬਿਆਨ ਦੀ ਕੋਈ ਅਹਿਮੀਅਤ ਨਹੀਂ। ਜਦੋਂ ਜਥੇਦਾਰ ਇੱਕੋ ਜੀ ਮੇਰੇ ਹਿਸਾਬ ਨਾਲ ਅੱਜ ਤੱਕ ਜਥੇਦਾਰ ਅਕਾਲ ਤਖਤ ਹੋਏ ਉਹ ਭਾਈ ਰਣਜੀਤ ਸਿੰਘ ਜਿਨ੍ਹਾਂ ਕੋਲ ਹਥਿਆਰ ਸੀ, ਉਹਨਾਂ ਕੋਲ ਜਦੋਂ ਹਥਿਆਰ ਸੀ ਉਦੋਂ ਉਹਨਾਂ ਤੋਂ ਡਰ ਲੱਗਣ ਲੱਗ ਗਿਆ। ਅੱਜ ਪਿਛਲੇ 50 ਸਾਲਾਂ ਚ ਸ਼੍ਰੋਮਣੀ ਅਕਾਲੀ ਦਲ ਇਹ ਦੱਸਦੇ ਵੀ ਉਹਨਾਂ ਨੇ ਸਿਰਫ ਅਕਾਲੀ ਦਲ ਦੇ ਟੋਟੇ ਕੀਤੇ, ਆਪਰੇਸ਼ਨ ਬਲੂ ਸਟਾਰ ਕਰਵਾਇਆ ਔਰ ਬੱਚੇ ਲੋਕਾਂ ਦੇ ਮਰੇ। ਉਹਦਾ ਜ਼ਿੰਮੇਵਾਰ ਕੌਣ? ਬਸ ਇੰਨਾ ਹੀ ਦੱਸਦੇ, ਫਿਰ ਪਤਾ ਲੱਗ ਜਾਵੇ ਹਥਿਆਰ ਜਿਹੜੇ ਨੇ ਉਹ ਆਪਾਂ ਲੈਣੇ ਆ ਕਿ ਨਹੀਂ ਲੈਣੇ। ਕੌਮ ਅੱਗੇ ਹੀ ਅਕਾਲ ਜਿਹੜੇ ਆ ਖਾਲਿਸਤਾਨ ਦੇ ਨਾਂ ਤੇ ਵੰਡ ਕੇ ਲੋਕਾਂ ਦੇ ਬੱਚੇ ਮਰਵਾਏ ਗਏ। ਇਹ ਸਿਆਸੀ ਬਿਆਨ ਤੇ ਫਿਰ ਆਰਜੀ ਜਥੇਦਾਰ ਕਦੀ ਨਹੀਂ ਲੱਗਦੇ। ਗੁਰੂ ਨੇ ਕਿਹਾ ਮਿਲ ਜੁਲ ਕੇ ਰਹੋ, ਅਸੀਂ ਕਹਿੰਦੇ ਹਿਲ ਜੁਲ ਕੇ ਰਹੋ। ਗੁਰੂ ਨੇ ਕਿਹਾ ਸਿਲੈਕਸ਼ਨ, ਅਸੀਂ ਕਿਹਾ ਇਲੈਕਸ਼ਨ। ਤੇ ਫਿਰ ਕਿਹੜੀ ਮੀਰੀ ਪੀਰੀ ਦੀਆਂ ਗੱਲਾਂ ਕਰਦੇ ਹਾਂ ਅਸੀਂ? ਅੱਜ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਸਿਰਫ ਆਪਣਾ ਪਿਛਲੇ 5 ਸਾਲ ਦਾ ਇਤਿਹਾਸ ਖੋਲ ਕੇ ਇਹ ਦੱਸਣ ਵੀ ਇਹਨਾਂ ਨੇ ਕਿੰਨੇ ਬੰਦਿਆਂ ਨੂੰ ਅੰਮ੍ਰਿਤ ਛਕਾਇਆ। ਉਹਦੇ ਨਾਲ ਸਾਰੀ ਕੌਮ 2-2 ਵਾਰੀ ਅੰਮ੍ਰਿਤ ਛਕ ਚੁੱਕੀ ਹੈ। ਇਹੋ ਜਿਹੇ ਹਥਿਆਰ ਬੰਦ ਹੋ ਜਾਣਗੇ। ਜਥੇਦਾਰ ਸਾਹਿਬ ਨੂੰ ਆਰਜੀ ਕੋਈ ਨਹੀਂ ਲਾਤਾ, ਆਰਜੀ ਵੀ ਇਹਨਾਂ ਨੇ ਲਾਣੇ ਸ਼ੁਰੂ ਕੀਤੇ ਨੇ। ਆਰਜੀ ਦਾ ਕੀ ਮਤਲਬ? ਜਥੇਦਾਰ ਵੀ ਆਰਜੀ ਇਹਨਾਂ ਨੇ ਕਦੀ ਦੇਖਿਆ ਵੀ ਸੁਪਰੀਮ ਕੋਰਟ ਦਾ ਜਿਹੜਾ ਜੱਜ ਹੈ ਉਹਨੂੰ ਅਡਾਕ ਦੇ ਤੌਰ ਤੇ ਲਾਇਆ ਹੋਇਆ? ਕਦੀ ਨਹੀਂ ਲੱਗਿਆ। ਮੀਰੀ ਪੀਰੀ ਦੇ ਮਾਲਿਕ ਹਰਗੋਬਿੰਦ ਸਾਹਿਬ ਜੀ ਦੇ ਗੱਦੀ ਦਿਵਸ ਮੌਕੇ ਕੱਲ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ ਕਿ ਹਰ ਇੱਕ ਸਿੱਖ ਜਿਹੜਾ ਵਾ ਆਪਣੇ ਕੋਲ ਲਾਇਸੈਂਸ ਹਥਿਆਰ ਰੱਖੇ। ਸੋ ਇਸ ਤੋਂ ਬਾਅਦ ਵਿਵਾਦ ਵੀ ਜਿਹੜਾ ਵਾ ਛਿੜ ਚੁੱਕਾ ਵਾ। ਪ੍ਰੋਫੈਸਰ ਅਨੁਰਾਗ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਕਿਸ ਤਰ੍ਹਾਂ ਦੇਖਦੇ ਹੋ ਅਨੁਰਾਗ ਜੀ, ਕੱਲ ਇੱਕ ਬਿਆਨ ਦਿੱਤਾ ਗਿਆ ਜਥੇਦਾਰ ਸਾਹਿਬ ਵੱਲੋਂ ਕਿ ਹਰ ਇੱਕ ਸਿੱਖ ਜਿਹੜਾ ਵਾ ਆਪਣੇ ਕੋਲ ਲਾਇਸੈਂਸ ਹਥਿਆਰ ਰੱਖੇ, ਪਰ ਉਸ ਤੋਂ ਬਾਅਦ ਸਿਆਸਤ ਵੀ ਛਿੜ ਗਈ ਹੈ। ਤੁਸੀਂ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ? ਬਿਆਨ ਵਿੱਚ ਵੀ ਸਿਆਸਤ ਸੀ ਤੇ ਉਸ ਤੋਂ ਬਾਅਦ ਸਿਆਸਤ ਵੀ ਛਿੜ ਗਈ। ਠੀਕ ਹੈ, ਬਿਆਨ ਦੇਣ ਵਾਲੇ ਜਥੇਦਾਰ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਪਹਿਲਾਂ ਜਿੰਨੇ ਵੀ ਅਕਾਲੀ ਦਲ ਦੇ ਮੈਂਬਰ ਨੇ ਸਣੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਜੀ ਬਾਦਲ ਔਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਹੁਦੇਦਾਰ ਸਾਰਿਆਂ ਨੂੰ ਲਾਇਸੈਂਸ ਹਥਿਆਰ ਦਵਾ ਕੇ ਆਪ ਵੀ ਹਥਿਆਰਬੰਦ ਹੋ ਜਾਓ। ਉਸ ਤੋਂ ਬਾਅਦ ਕੌਮ ਦੇ ਨਾਲ ਜੋ ਸੰਦੇਸ਼ ਦਿਓਗੇ ਜ਼ਰੂਰ ਮੰਨੇਗੀ। ਵਰਨਾ ਇਹ ਜਿਹੜੇ ਨੇ ਜੁਮਲੇ ਬਹੁਤ ਪਹਿਲਾਂ ਚੱਲੇ ਨੇ, ਕੋਈ ਉਹਦਾ ਫਾਇਦਾ ਨਹੀਂ ਹੋਇਆ। ਕੌਮ ਦੇ ਨਾਲ ਸੰਦੇਸ਼ ਉਹ ਹੋਵੇ ਜਿਹੜਾ ਕੌਮ ਮੰਨ ਸਕੇ। ਲਾਇਸੈਂਸ 1.5-2 ਕਰੋੜ ਤੁਸੀਂ ਆਪਾਂ ਇੱਥੋਂ ਤੇ ਲਾ ਲਈਏ, ਇੱਕ ਮਿਨੀਮਮ ਜਿਹੜੀ ਆਪਣੀ ਆਬਾਦੀ ਹੈ ਉਹ ਚ ਕਹੋ ਵੀ 1 ਕਰੋੜ ਕਈ ਔਰਤਾਂ ਬੱਚੇ ਵਿੱਚ ਛੱਡ ਦਈਏ, ਬਜ਼ੁਰਗ ਵੀ। 1 ਕਰੋੜ ਹਥਿਆਰ ਕੌਣ ਸਪਲਾਈ ਕਰੇਗਾ, ਕੌਣ ਉਹਨਾਂ ਦੀ ਮੇਨਟੇਨੈਂਸ ਕਰਵਾਏਗਾ, ਕੌਣ ਉਹਦੇ ਲਾਇਸੈਂਸ ਲੈ ਕੇ ਦੇਗਾ? ਇਹਦੇ ਬਾਰੇ ਸੋਚਿਆ ਕਦੀ? ਨਹੀਂ ਸੋਚਿਆ। ਤੇ ਜਿਹੜੇ ਬੰਦੇ ਕੋਲ ਵਿਚਾਰੇ ਕੋਲ ਆਪਣੇ ਬੱਚੇ ਪੜ੍ਹਾਉਣ ਜੋਗੇ ਪੈਸੇ ਨਹੀਂ, ਰੋਟੀ ਖਾਣ ਜੋਗੇ ਪੈਸੇ ਨਹੀਂ, ਜਿਹੜੇ ਰਾਗੀ ਤੇ ਪਾਠੀਆਂ ਨੂੰ ਆਪਾਂ ਤਨਖਾਹ ਜਿੰਨੀ ਕੁ ਦਿੰਨੇ ਆ ਉਹ ਚ ਸਿਰਫ ਲੰਗਰ ਪਾਣੀ ਚ ਵਿਛਾ ਕੇ ਤੇ ਗੁਜ਼ਾਰਾ ਕਰੇ ਅਗਲਾ, ਤੇ ਉਹ ਚ ਹਥਿਆਰ ਕਿਵੇਂ ਖਰੀਦ ਲੂ 50-50 60 ਹਜ਼ਾਰ ਦੇ? ਸੋ ਇਹ ਇੱਕ ਸਿਆਸੀ ਬਿਆਨ ਸੀ, ਸਿਆਸਤ ਤੋਂ ਪ੍ਰੇਰਿਆ ਸੀ। ਤੇ ਉਹ ਫਿਰ ਹੈ ਕਿ ਪਾਣੀ ਉੱਤੋਂ ਥੱਲਿਓਂ ਗਿਰਦਾ। ਪਹਿਲਾਂ ਉਹ ਸ਼ੁਰੂ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਤੇ ਲਾਗੂ ਹੋਵੇ, ਸ਼੍ਰੋਮਣੀ ਕਮੇਟੀ ਤੇ ਹੋਵੇ, ਉਹਨਾਂ ਦੇ ਮੈਂਬਰਾਂ ਤੇ ਹੋਣ, ਤੇ ਜਥੇਦਾਰ ਸਾਹਿਬਾਂ ਤੇ ਆਪ ਤੇ ਹੋਵੇ। ਇਹ ਹੋਵੇ ਤਾਂ ਬੜੀ ਵਧੀਆ ਗੱਲ ਹੈ, ਕਰ ਲੈਣ। ਜੇ ਇਹ ਕੁਝ ਕਰ ਸਕਣਗੇ ਤੇ ਫਿਰ ਕੌਮ ਅੱਗੇ ਤਾਂ ਤੁਰੇਗੀ। ਵਰਨਾ 1984 ਚ ਜਦੋਂ
ਹਥਿਆਰਬੰਦ ਮੋਰਚਾ ਇਹਨਾਂ ਨੇ ਲਾਇਆ। ਮੋਰਚਾ ਤਾਂ ਇਹਨਾਂ ਨੇ ਲਾਇਆ ਸੀ ਨਾ, ਮੋਰਚਾ ਲਾਇਆ ਤੇ ਮੋਰਚਾ ਡਿਕਟੇਟਰ ਕੌਣ ਬਣਿਆ? ਸੰਤ ਹਰਚੰਦ ਸਿੰਘ ਲੌਂਗੋਵਾਲ। ਉਹਨਾਂ ਕੋਲ ਕੋਈ ਹਥਿਆਰ ਹੀ ਨਹੀਂ। ਮੋਰਚਾ ਡਿਕਟੇਟਰ ਦੀ ਕੋਈ ਟਰਮ ਹੀ ਹੈ ਨਹੀਂ। ਸਾਡੇ ਗੁਰੂ ਨਹੀਂ ਕਦੀ ਡਿਕਟੇਟਰ ਬਣਿਆ। ਪੰਜ ਪ੍ਰਧਾਨੀ ਜਿਹੜੀ ਇੱਕ ਸਾਡੀ ਸੰਸਥਾ ਹੈ, ਉਹ ਪੰਜ ਪਿਆਰੇ ਉਹ ਹੁਕਮ ਕਰਦੇ ਨੇ। ਗੁਰੂ ਨੂੰ ਵੀ ਪੰਜ ਪਿਆਰਿਆਂ ਨੇ ਹੁਕਮ ਕੀਤਾ ਚਮਕੌਰ ਦੀ ਗੜੀ 'ਚ ਵੀ ਤੁਸੀਂ ਛੱਡ ਕੇ ਜਾਓ, ਤੋ ਗਏ। ਠੀਕ ਹੈ। ਸੋ ਇਹ ਜਿਹੜਾ ਨਾ ਇਕੱਲੇ ਜਥੇਦਾਰ ਸਾਹਿਬ ਦਾ ਬਿਆਨ ਦੀ ਕੋਈ ਅਹਿਮੀਅਤ ਨਹੀਂ, ਪਹਿਲੀ ਗੱਲ। ਦੂਸਰੀ ਗੱਲ ਹੈ ਕਿ ਆਪਾਂ ਜਦੋਂ ਜਥੇਦਾਰ ਇੱਕੋ ਜਿਹੀ ਮੇਰੇ ਹਿਸਾਬ ਨਾਲ ਅੱਜ ਤੱਕ ਜਥੇਦਾਰ ਅਕਾਲ ਤਖਤ ਹੋਏ ਹੋ ਭਾਈ ਰਣਜੀਤ ਸਿੰਘ, ਜਿਨ੍ਹਾਂ ਕੋਲ ਹਥਿਆਰ ਸੀ, ਉਹਨਾਂ ਕੋਲ ਜਦੋਂ ਹਥਿਆਰ ਸੀ ਉਹ ਉਹਨਾਂ ਤੋਂ ਤਾਂ ਡਰ ਲੱਗਣ ਲੱਗ ਗਿਆ ਸਾਡੇ ਅਕਾਲੀ ਦਲ ਨੂੰ, ਕਿਉਂਕਿ ਜਦੋਂ ਉਹਨਾਂ ਨੂੰ ਸੱਦਿਆ ਤੇ ਕਹਿੰਦੇ ਜੀ ਇਹਨਾਂ ਨੂੰ ਲਾ ਦਿਓ, ਲਾਤਾ ਰਾਤੋਂ ਰਾਤ। ਠੀਕ ਹੈ। ਫਿਰ ਜਦ ਜਥੇਦਾਰ ਤੁਸੀਂ ਨਹੀਂ ਟੋਲਰੇਟ ਕਰਦੇ ਜਿਹਦੇ ਕੋਲ ਹਥਿਆਰ ਹੋਣ, ਤੇ ਫਿਰ ਜਦੋਂ ਸੰਤ ਜਰਨੈਲ ਸਿੰਘ ਨੇ ਇੱਕ ਕਿਹਾ ਵੀ ਸਾਰੇ ਬੰਦੇ ਹਥਿਆਰ, ਉਹਨਾਂ ਨੇ ਵੀ ਕਿਹਾ ਸੀ ਨਾ ਬਈ ਭਾਈ ਕੌਮ ਤੇ ਭੀੜ ਪਈ ਹੈ, ਤੇ ਫਿਰ 84 ਵੇਲੇ ਕਿਹਦੇ ਕੋਲ ਹਥਿਆਰ ਸੀ? ਕਿਸੇ ਨੇ ਮੰਨੀ, ਕਿਸੇ ਨੇ ਨਹੀਂ ਮੰਨੀ। ਇਹ ਇੱਕ ਜੁਮਲੇ ਨੇ। ਜਦੋਂ ਅਕਾਲੀ ਦਲ ਪਾਵਰ 'ਚੋਂ ਨਹੀਂ ਹੈ ਤੇ ਉਹਨਾਂ ਨੂੰ ਫਿਰ ਪੰਥ ਤੇ ਆ ਜਿਹੜੇ ਇਹਨਾਂ ਨੇ ਸਾਰੇ ਚੀਜ਼ਾਂ ਇਹ ਆਪਣੇ ਬਾਕਸ 'ਚੋਂ ਕੱਢਦੇ ਨੇ ਵੀ ਕਿੱਥੇ ਦੇਖੀਏ ਕੀ ਹੈ। ਅੱਜ ਪਿਛਲੇ 50 ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ ਇਹ ਦੱਸਦੇ ਵੀ ਉਹਨਾਂ ਨੇ ਸਿਰਫ ਅਕਾਲੀ ਦਲ ਦੇ ਟੋਟੇ ਕੀਤੇ, ਆਪਰੇਸ਼ਨ ਬਲੂ ਸਟਾਰ ਕਰਵਾਇਆ, ਔਰ ਬੱਚੇ ਲੋਕਾਂ ਦੇ ਮਰੇ। ਉਹਦਾ ਜ਼ਿੰਮੇਵਾਰ ਕੌਣ ਹੈ? ਬਸ ਇੰਨੇ ਹੀ ਦੱਸਦੇ। ਫਿਰ ਪਤਾ ਲੱਗ ਜਾ ਵੀ ਹਥਿਆਰ ਜਿਹੜੇ ਨੇ ਉਹ ਆਪਾਂ ਲੈਣੇ ਆ ਕਿ ਨਹੀਂ ਲੈਣੇ। ਕੌਮ ਅੱਗੇ ਹੀ ਅਕਾਲ ਜਿਹੜੇ ਆ ਖਾਲਿਸਤਾਨ ਦੇ ਨਾਂ ਤੇ ਵੰਡ ਕੇ ਲੋਕਾਂ ਦੇ ਬੱਚੇ ਮਰਵਾਏ ਗਏ ਨੇ। ਨੁਕਸਾਨ ਲੋਕਾਂ ਦੇ ਮਾਂ ਪਿਓ ਦਾ ਹੋਇਆ ਜਿਨ੍ਹਾਂ ਦੇ ਬੱਚੇ ਘਰ ਨਹੀਂ ਪਹੁੰਚੇ, ਲਾਪਤਾ ਨੇ। ਇਸ ਤਰ੍ਹਾਂ ਦੇ ਬਿਆਨਾਂ ਨੂੰ ਤੁਸੀਂ ਕਿਸ ਤਰ੍ਹਾਂ ਸਮਝਿਆ ਜਾਵੇ? ਜਦੋਂ ਵੀ ਕੋਈ ਬਿਆਨ ਆਉਂਦਾ ਵਾ, ਉਹ ਕਹਿੰਦੇ ਕਿ ਉਹ ਬਿਆਨ ਜਿਹੜਾ ਵਾ ਕੌਮ ਦੇ ਹਿੱਤ ਲਈ ਬਿਆਨ ਹੁੰਦਾ ਵਾ, ਪਰ ਇਸ ਤਰ੍ਹਾਂ ਦੇ ਬਿਆਨਾਂ ਨੇ ਉਸ ਤੋਂ ਬਾਅਦ ਵਿਰੋਧ ਹੋਣਾ। ਅਕਸਰ ਹੁਣ ਬਿਆਨਾਂ ਤੋਂ ਬਾਅਦ ਜਦੋਂ ਜਥੇਦਾਰ ਦਾ ਕੋਈ ਬਿਆਨ ਆਉਂਦਾ ਤਾਂ ਵਿਰੋਧ ਹੋਣ ਲੱਗ ਜਾਂਦਾ ਵਾ। ਦੇਖੋ, ਜਦੋਂ ਬਿਆਨ ਜਥੇਦਾਰ ਸਾਹਿਬ ਇਕੱਲੇ ਦੇਣਗੇ, ਪੰਜ ਸਿੱਖਾਂ ਸਾਹਿਬ ਦੇ ਬਿਆਨ ਨਹੀਂ ਹੋਣਗੇ, ਤੇ ਫਿਰ ਇੱਕ ਹੁੰਦਾ ਕਿ ਵੀ ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਚੈਰਿਟੀ ਬਿਗਿਨਸ ਐਟ ਹੋਮ। ਪਹਿਲਾਂ ਜਥੇਦਾਰ ਸਾਹਿਬ ਤੇ ਸਾਰੇ ਪੰਜ ਜਿਹੜੇ ਸਾਡੇ ਪੰਜ ਤਖਤਾਂ ਦੇ ਜਥੇਦਾਰ ਨੇ, ਉਹ ਖੁਦ ਹਥਿਆਰਬੰਦ ਕਿਉਂ ਨਹੀਂ ਹੁੰਦੇ? ਦੇਖੋ, ਸ਼ੱਕ ਦੀ ਨਜ਼ਰ, ਕਿਉਂਕਿ ਜਦੋਂ ਆਪਾਂ ਬਿਆਨ ਸਿਆਸੀ ਦਿਆਂਗੇ, ਕਿਸੇ ਦੇ ਕਹੇ ਤੇ ਦਿਆਂਗੇ, ਪ੍ਰੋਬਲਮ ਆਏਗੀ। ਜਦੋਂ ਬਿਆਨ ਐਸਾ ਹੋਏਗਾ, ਹੁਣ ਥਮਿੰਦਰ ਸਿੰਘ ਦਾ ਸੀ, ਸਾਰੀ ਕੌਮ ਇਕੱਠੀ ਕਰ ਲਈ ਨਾ, ਹੋ ਗਈ ਸੀ। ਹੁਣ ਉਹਨੂੰ ਇਹ ਹੁਣ ਡੀਰੇਲ ਕਰ ਰਹੇ ਨੇ ਆਪਣੇ ਆਪ ਹੀ। ਕਿਉਂ ਕਰ ਰਹੇ ਨੇ? ਸ਼੍ਰੋਮਣੀ ਅਕਾਲੀ ਦਲ ਹੀ ਦੱਸੇਗਾ ਕਿਉਂ ਡੀਰੇਲ ਕਰ ਰਹੇ ਨੇ, ਆਪ ਦੱਸਣਗੇ। ਕਦੀ ਵੀ ਕੌਮ ਜਿਹੜੀ ਹੈ 84 ਵੇਲੇ ਮੈਨੂੰ ਦੱਸ ਦਿਓ ਕਿਹੜਾ ਸੀ ਜਿਹੜਾ ਹਥਿਆਰਬੰਦ ਬੰਦਾ ਜਾਂ ਸੰਸਥਾ ਜਾਂ ਕੋਈ ਹੋਰ ਜਥੇਬੰਦੀ ਉਹ ਉੱਥੇ ਖੜੀ ਹੋਈ? ਕੋਈ ਨਹੀਂ ਖੜੋਇਆ। ਮਰਜੀਵਰੇ ਬਣਾਏ ਸੀ 1 ਲੱਖ, ਉਹ ਕਿੱਧਰ ਗਏ? ਅਕਾਲੀ ਦਲ ਹੀ ਦੱਸੇਗਾ। ਉਹ ਤਾਂ ਬੂਟਾ ਸਿੰਘ ਨੂੰ ਉਹਦੇ ਨਾਲ ਹੌਟਲਾਈਨ ਸੀ ਸੰਤ ਜਰਨੈਲ ਸਿੰਘ ਦੀ, ਉਹਨੂੰ ਦੱਸ ਕੇ ਉਹ ਬੱਚੇ ਘਰੋਂ ਕੱਢ ਮਰਵਾਏ। ਨਹੀਂ ਤਾਂ ਇਹ ਬਾਕੀ ਗੁਰਦੁਆਰੇ 'ਚ ਤਾਂ ਸੰਤ ਜਰਨੈਲ ਸਿੰਘ ਨਹੀਂ ਸੀ ਨਾ। ਇਹ ਕਿੱਥੇ ਸੀ? ਹਰਿਮੰਦਰ ਸਾਹਿਬ 'ਚ। ਹਰਿਮੰਦਰ ਸਾਹਿਬ ਦੇ ਵਿੱਚ ਕਹਿੰਦੇ ਹਥਿਆਰ ਜਾਂਦੇ ਨੇ। ਹਥਿਆਰ ਕਿੱਥੋਂ ਜਾਂਦੇ? ਬਾਹਰੋਂ ਹੀ ਜਾਂਦੇ ਨੇ। ਤੇ ਉਹਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਜਾਂ ਕੋਈ ਹੋਰ? ਤੁਹਾਡੇ ਕਹਿਣ ਦਾ ਮਤਲਬ ਕਿ ਬਿਆਨ ਜਿਹੜੇ ਨੇ ਇਹ ਜਥੇਦਾਰ ਦੇ ਬਿਆਨ ਨਹੀਂ ਹੁੰਦੇ, ਇਹ ਪਿੱਛੋਂ ਜਿਹੜੇ ਅਕਾਲੀ ਦਲ ਹੈ ਉਹ ਬਿਆਨ ਦਵਾਉਂਦਾ। ਹਾਂ, ਬਿਲਕੁਲ ਉਹਨਾਂ ਨੇ ਦਵਾਇਆ ਜੀ। ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਹੈ। ਜਦੋਂ ਤੁਸੀਂ ਜਥੇਦਾਰ ਜਿਹੜਾ ਹੈ ਉਹ ਲਾਈਫ ਟਾਈਮ ਹੁੰਦਾ। ਫਿਰ ਇੱਕ ਜਥੇਦਾਰ ਜਿਹੜਾ ਸੀ ਤਖਤਾਂ ਦੇ ਜਥੇਦਾਰ, ਇਹ ਆਊਟ ਆਫ ਦੀ ਪ੍ਰੀਵਿਊ ਆਫ ਦੀ ਐਕਟ ਸਨ। ਇਹ 1966 ਦੇ ਜਦੋਂ 5ਵਾਂ ਤਖਤ ਬਣਾਇਆ ਨਾ ਇਹਨਾਂ ਨੇ, ਇਹ ਗਵਰਨਮੈਂਟ ਦੇ ਅਧੀਨ ਹੋ ਗਏ। ਫਿਰ ਜਥੇਦਾਰ ਦੀ ਜਦ ਨਿਯੁਕਤੀ ਤੁਸੀਂ ਹੈ ਉਹਨੂੰ ਐਕਟ ਦੇ ਅੰਡਰ ਲੈ ਆਏ, ਤੇ ਫਿਰ ਤਾਂ ਸਾਰਾ ਫਿਰ ਉਹਦੀ ਜਿਹੜੀ ਸੁਪਰੀਮੇਸੀ ਤੇ ਉਹ ਸਾਰੀ ਤੁਸੀਂ ਆਪਣੇ ਆਪ ਹੀ ਉਹਦੇ ਥੱਲੇ ਜ਼ਮੀਨ ਖਿੱਚ ਲਈ। ਇਹ ਸਿਆਸੀ ਬਿਆਨ। ਤੇ ਫਿਰ ਆਰਜੀ ਜਥੇਦਾਰ ਕਦੀ ਨਹੀਂ ਲੱਗਦੇ। ਸਾਡੇ ਮਿਸਾਲ ਹੈ ਜੇ ਗੁਰੂ ਸਾਹਿਬ ਦੇ ਵੇਲੇ ਤੋਂ ਸ਼ੁਰੂ ਹੋ ਜਾਓ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ, ਕਿੰਨੀ ਉਮਰ ਸੀ ਉਹਨਾਂ ਦੀ? ਸੰਤ ਬਾਬਾ ਸ਼ਾਮ ਸਿੰਘ ਜਿਹੜੇ ਕੀਰਤਨ ਕਰਦੇ ਸੀ, ਕਿੰਨੀ ਉਮਰ ਸੀ? 70 ਸਾਲ ਕੀਰਤਨ ਕੀਤਾ ਉਹਨਾਂ ਨੇ, ਤੇ ਆਪਾਂ ਰਿਟਾਇਰ ਕਰ ਦਿੰਦੇ ਹਾਂ। ਅਸੀਂ ਕੋਈ ਵੀ ਗੁਰੂ ਦੀ ਬਣਾਈ ਜਿਹੜੀ ਵਿਰਾਸਤ ਹੈ ਉਹਨੂੰ ਸਾਂਭ ਨਹੀਂ ਰਹੇ। ਉਹਨਾਂ ਦੇ ਬਣਾਏ ਸਿਧਾਂਤ ਹੈ, ਉਹਨਾਂ ਦੇ ਚੱਲ ਨਹੀਂ ਰਹੇ। ਇਸ ਲਈ ਦੁਖੀ ਹੋ ਰਹੇ ਹਾਂ। ਜਿਸ ਦਿਨ
ਜਿਹੜੇ ਬੰਦਿਆਂ ਨੇ ਗੁਰੂ ਦੇ ਸਿਧਾਂਤਾਂ ਨਾਲ ਚੱਲੇ, ਗੁਰਮਤੇ ਪਾਸ ਹੋਏ ਅਕਾਲ ਤਖਤ ਸਾਹਿਬ ਤੋਂ, ਉਹਨਾਂ ਨੇ ਸਾਰਾ ਪੰਜਾਬ ਫਤਿਹ ਕਰਕੇ ਇੰਡੀਆ ਆਜ਼ਾਦ ਕਰਾ ਲਿਆ ਸੀ। ਤੇ ਹੁਣ ਆਪਣੇ ਕੋਲ ਆਪਣਾ ਪੰਜਾਬ ਨਹੀਂ ਸਾਂਭਿਆ ਜਾਂਦਾ। ਵਿਰਾਸਤ ਨੂੰ ਲੈ ਕੇ ਵੀ ਇਸ਼ੂ ਹੈਗਾ ਕਿ ਵਿਰਾਸਤ ਜਿਹੜੀ ਤੁਸੀਂ ਦੱਸਿਆ ਕਿ ਸੰਭਾਲ ਨਹੀਂ ਪਾ ਰਹੇ। ਪਿੱਛੇ ਜਿਹੜੇ ਹਾਈ ਕੋਰਟ ਆ ਉਦੋਂ ਵੀ ਉਹ ਕਿਹਾ ਗਿਆ ਸੀ ਕਿ ਇਹ ਵਿਰਾਸਤ ਤੁਸੀਂ ਦੱਸੋ ਕਿਹੜੀ ਕਿਹੜੀ ਹੈਗੀ ਆ, ਉਦੋਂ ਵੀ ਨਹੀਂ ਸਹੀ ਦੱਸ ਪਾਏ। ਦੇਖੋ ਹੁਣ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਮੈਂ ਵੀ ਉੱਥੇ ਰਿਹਾ 2 ਮਹੀਨੇ। ਇਹ ਹੁਣ ਅੱਜ ਕਹਿੰਦੇ ਜੀ ਅਸੀਂ 85 ਮੈਮੋਰੰਡਮ ਦਿੱਤੇ ਨੇ ਬਈ ਵਾਹ ਤੁਹਾਡੇ, ਇਧਰੋਂ ਚੀਜ਼ਾਂ ਰਿਸੀਵ ਕੀਤੀਆਂ ਨੇ, ਉਦੋਂ ਮੈਮੋਰੰਡਮ ਦੇਈ ਜੋ ਕੌਮ ਨੂੰ ਤਾਂ ਬੇਵਕੂਫ ਬਣਾਤਾ। ਤੇ 2019 13 ਜੂਨ 2019 ਤੋਂ ਬਾਅਦ ਇੱਕ ਮੈਮੋਰੰਡਮ ਨਹੀਂ ਗਿਆ, ਨਾ ਡਿਮਾਂਡ। ਕਿਉਂ ਨਹੀਂ ਹੋਇਆ? ਕਿਉਂਕਿ ਸਾਰਾ ਭਾਂਡਾ ਫੁੱਟ ਗਿਆ। ਮੈਂ ਤਾਂ 2009 ਚ ਫੋੜਿਆ ਸੀ ਇਹਨਾਂ ਦਾ ਭਾਂਡਾ, ਠੀਕ ਵੀ ਇਹ ਸਮਾਨ ਆਇਆ ਵਾਪਸ, ਇਹ ਅੰਦਰ ਨਹੀਂ ਹੈਗਾ। ਤੇ ਹੁਣ ਅੱਜ 3 ਸਾਲ ਹੋ ਗਏ, ਕੋਈ ਰਿਪੋਰਟ ਹੀ ਨਹੀਂ ਵੀ ਕਿਹੜਾ ਸਮਾਨ ਅੰਦਰ ਆਇਆ। ਬਲਕਿ ਜਿਹੜੇ ਬੰਦਿਆਂ ਦੇ ਨਾਮ ਵੱਜਦੇ ਨੇ ਵੀ ਇਹ ਬੰਦਿਆਂ ਨੇ ਚੋਰੀ ਕੀਤਾ ਅੰਦਰੋਂ, ਉਹ ਕੇਂਦਰੀ ਅਜਾਇਬ ਘਰ ਦੇ ਵਿੱਚ ਤਸਵੀਰਾਂ ਲਾਤੀਆਂ। ਵਿਦਾਂਤੀ ਸਾਹਿਬ, ਮਾਨਯੋਗ, ਇਹ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਫਿਰ ਉਹੀ ਬੰਦਾ ਜਿਹੜਾ ਬਾਹਰ ਥਮਿੰਦਰ ਸਿੰਘ ਹੈ, ਉਹ ਵੀ ਉਹ ਵਿਦਾਂਤੀ ਸਾਹਿਬ ਦਾ ਨਾਮ ਲੈਂਦਾ ਜੀ ਮੈਨੂੰ ਆ ਕੇ ਉਹਨਾਂ ਨੇ ਬੀੜਾਂ ਵੀ ਦਿੱਤੀਆਂ ਤੇ ਆ ਸਮਾਨ ਵੀ ਦਿੱਤਾ, ਮੈਂ ਤਾਂ ਉਹਦੇ ਹਿਸਾਬ ਨਾਲ ਸੁਧਾਈ ਕਰਤੀ। ਹੁਣ ਮੈਨੂੰ ਦੱਸੋ, ਪ੍ਰੋਜੈਕਟ ਤਾਂ ਸ਼੍ਰੋਮਣੀ ਕਮੇਟੀ ਦਾ ਸੀ, ਜਿਹੜਾ ਵਿਦਾਂਤੀ ਸਾਹਿਬ ਕਰ ਰਹੇ ਨੇ ਸ਼੍ਰੋਮਣੀ ਕਮੇਟੀ ਦਾ ਸੀ। ਤੇ ਉਸੇ 'ਚ ਹੀ ਸ਼੍ਰੋਮਣੀ ਕਮੇਟੀ ਨੇ ਦਿੱਤੀ ਸੀ ਖੁੱਲੀ ਇਜਾਜ਼ਤ ਵੀ ਜਿਹੜੀ ਮਰਜ਼ੀ ਜੋ ਬੀੜ ਚਾਹੀਦੀ ਲੈ ਜਾਓ, ਕੋਈ ਉਹਦਾ ਹਿਸਾਬ ਕਿਤਾਬ ਨਹੀਂ। ਤੇ ਉਹ 'ਚ ਬੀੜਾਂ ਵੀ ਖਿਸਕ ਗਈਆਂ। ਤੇ ਉਹਦੀ ਜਿਹੜੀ ਹਾਰਡ ਕਾਪੀ ਹੈ ਉਹ ਉੱਥੇ ਥਮਿੰਦਰ ਸਿੰਘ ਕੋਲ ਕਿਵੇਂ ਪਹੁੰਚ ਗਈ? ਇਹਦਾ ਜਵਾਬ ਕੌਣ ਦੇਗਾ? ਸ਼੍ਰੋਮਣੀ ਕਮੇਟੀ ਜਾਂ ਕੋਈ ਹੋਰ ਦੇਗਾ? ਇਹ ਬੋਰੀਆਂ ਮਤਲਬ ਕਿ ਨਾ ਰੱਬ ਜਿਹੜਾ ਉਹ ਇਹ ਜਿਹੜਾ ਚੱਕਰਵਿਊ ਹੈ ਨਾ, ਉਹ ਐਸੇ 'ਚ ਫਸਾਉਂਦਾ, ਮੁੜ ਕੇ ਨਿਕਲਣਾ ਮੁਸ਼ਕਲ ਹੋ ਜਾਂਦਾ। ਹੁਣ ਇਹ ਚੱਕਰਵਿਊ 'ਚ ਫਸੇ ਹੋਏ ਨੇ, ਆਪਣੇ ਬਣਾਏ ਚੱਕਰਵਿਊ ਦੇ ਵਿੱਚ, ਝੂਠ ਤੇ ਝੂਠ, ਝੂਠ ਤੇ ਝੂਠ। ਫਿਰ ਇਸੇ ਲਈ ਘਰ ਬਣੀ ਸੀ 100 ਦਿਨ ਚੋਰ ਦੇ 1 ਦਿਨ ਸਾਧ ਦਾ, ਉਹ ਐਵੇਂ ਨਹੀਂ ਬਣੀਆਂ ਹੋਈਆਂ। ਤੇ ਲੱਗਦਾ ਕਿ ਜਥੇਦਾਰ ਜਿਹੜੇ ਹੁੰਦੇ ਨੇ ਉਹਨਾਂ ਨੂੰ ਸਿਆਸਤ ਤੋਂ ਪਰੇ ਹਟ ਕੇ ਇਹ ਕੰਮ ਕਰਨੇ ਚਾਹੀਦੇ ਨੇ, ਸਿਆਸਤ ਵੱਲ ਨਹੀਂ ਧਿਆਨ ਦੇਣਾ ਚਾਹੀਦਾ ਇਸ ਚੀਜ਼ ਦਾ। ਨਹੀਂ, ਸਿਆਸਤ ਤਾਂ ਉਹਨਾਂ ਦਾ ਇੱਕ ਦੇਖੋ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈ ਨਾ, ਉਹ ਗੁਰੂ ਦੀ ਮੀਰੀ ਪੀਰੀ ਨਾਲ ਹੈ ਵੀ ਧਰਮ ਜਿਹੜਾ ਧਰਮੀ ਹੋਵੇ ਬੰਦਾ, ਪਹਿਲੀ ਗੱਲ ਧਰਮੀ ਹੈ। ਤੇ ਫਿਰ ਉਸ ਤੋਂ ਬਾਅਦ ਅਸੀਂ ਜਦੋਂ ਗੁਰੂ ਵਾਲੇ ਕਹਿੰਦੇ ਆ ਨਾ, ਉਹ ਕਹਿੰਦਾ ਨਿਰਭਉ ਵੀ ਹੋਵੇ। ਨਿਰਭਉ ਹੋਣਾ ਕੋਈ ਔਖਾ ਨਹੀਂ, ਨਿਰਵੈਰ ਹੋਣਾ ਮੁਸ਼ਕਿਲ। ਫਿਰ ਨਿਰਵੈਰ ਵੀ ਹੋਵੇ ਗੁਰੂ ਵਾਂਗੂ। ਧਰਮੀ ਹੈ ਕਿ ਉਹਨੇ ਕਿਸੇ ਦੇ ਹੱਕ ਨੂੰ ਨਹੀਂ ਮਾਰਨਾ। ਗੁਰੂ ਤੇਗ ਬਹਾਦਰ ਸਾਹਿਬ ਹੈ, ਦੂਸਰੇ ਦੇ ਹੱਕ ਲਈ ਵੀ ਲੜਨਾ ਹੈ। ਇਹ ਹਥਿਆਰ ਜਿਹੜੇ ਨੇ ਨਾ, ਇਹ ਦੂਸਰਿਆਂ ਦੇ ਹੱਕ ਲਈ ਵੀ ਹੈ। ਜਿੱਥੇ ਮਨੁੱਖੀ ਅਧਿਕਾਰਾਂ ਦਾ ਹਨਨ ਹੁੰਦਾ ਹੋਵੇ ਉੱਥੇ ਵੀ ਆਵਾਜ਼ ਉਠਾਣੀ ਹੈ, ਆਪਣੀ ਕੁਰਸੀ ਲਈ ਨਹੀਂ ਆਵਾਜ਼ ਉਠਾਣੀ। ਇਹ ਇਹਨਾਂ ਦੀ ਮੇਰੀ ਪੀਰੀ ਇਸ ਤਰ੍ਹਾਂ ਦੀ ਚੱਲਦੀ ਪਈ ਹੈ। ਉਹ ਦੂਸਰਿਆਂ ਦੇ ਹੱਕ ਲਈ ਵੀ ਗੱਲ ਕਰਨੀ ਹੈ, ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ। ਤੇ ਅਕਾਲ ਪੁਰਖ ਕਿਹਦੇ ਲਈ ਹੈ? ਸਾਰੀ ਖਲਕਤ ਦਾ। ਇਵੇਂ ਹੀ ਸ਼ਿਵਾਜੀ ਨੇ ਇੱਕ ਲੈਟਰ ਲਿਖੀ ਸੀ ਔਰੰਗਜ਼ੇਬ ਨੂੰ, ਯਾਰ ਔਰੰਗਜ਼ੇਬ ਤੂੰ ਕੁਰਾਨ ਦੀਆਂ ਸਹੁੰ ਚੱਕਦਾ, ਜਰਾ ਕੁਰਾਨ ਪੜ੍ਹ ਕੇ ਦੇਖੀ, ਉਹਦੇ 'ਚ ਰੱਬ ਉਲ ਅਲਮੀਨ ਹੈ ਵੀ ਉਹ ਖਲਕਤ ਦਾ ਰੱਬ ਹੈ, ਨਾ ਕਿ ਰੱਬ ਮੁਸਲਮਾਨ, ਮੁਸਲਮਾਨਾਂ ਦਾ ਨਹੀਂ। ਉਹ ਜਿਹੜੇ ਸਕ੍ਰਿਪਚਰਸ ਨੇ ਨਾ, ਉਹ ਤਾਂ ਕਲੀਅਰ ਨੇ। ਅਸੀਂ ਜਿਹੜੀ ਹੈ ਸਕ੍ਰਿਪਚਰਸ ਦੀ ਫਿਰ ਉਹ ਆਪਣੀ ਮੀਰੀ ਪੀਰੀ, ਆਪਣਾ ਉਹਦਾ ਧਰਮ ਯੁੱਧ ਦਾ ਸਿਧਾਂਤ ਕਿੱਥੇ ਨਹੀਂ ਹੈ ਜੀ? ਗੀਤਾ 'ਚ ਨਹੀਂ ਹੈ, ਹੈਗਾ ਗੁਰੂ ਗ੍ਰੰਥ ਸਾਹਿਬ 'ਚ ਹੈ, 10ਵੇਂ ਗ੍ਰੰਥ 'ਚ ਹੈ, ਕੁਰਾਨ ਸ਼ਰੀਫ 'ਚ, ਸਾਰੇ ਧਰਮਾਂ ਦੇ ਧਰਮ ਗ੍ਰੰਥਾਂ 'ਚ ਧਰਮ ਯੁੱਧ ਹੈ। ਪਰ ਧਰਮ ਨੂੰ ਜਦੋਂ ਤੁਸੀਂ ਜੋੜ ਲੈਂਦੇ ਹੋ ਧਰਮ ਨਾਲ, ਆਪਣੇ ਧਰਮ ਨਾਲ, ਵੀ ਮੇਰਾ ਧਰਮ ਹੈ, ਬਸ ਉੱਥੇ ਪ੍ਰੋਬਲਮ ਹੈ। ਅੱਜ ਦੀ ਜਿਹੜੀ ਪ੍ਰੋਬਲਮ ਹੈ ਉੱਥੇ ਹੀ ਹੈ ਵੀ ਮੈਂ ਆਪਣੇ ਧਰਮ ਦੀ ਕਹਿੰਦਾ, ਫਿਰ ਆਪਣੇ ਧਰਮ ਦੀ ਕਿੱਥੇ ਹੈ ਜੀ? ਆਪਣਾ ਧਰਮ ਨਹੀਂ ਹੈ, ਧਰਮ ਹੈ ਲੋਕ। ਧਰਮ ਦਾ ਮਤਲਬ ਇੱਕ ਰਿਲੀਜਨ ਵਰਡ ਹੈ ਜਿਹੜਾ ਅੰਗਰੇਜ਼ੀ, ਇਹ ਗ੍ਰੀਕ ਵਰਡ ਹੈ ਰਿਲੀਜੋ, ਉਹਦਾ ਮਤਲਬ ਸੀ ਟੂ ਬਾਈਂਡ ਟੂਗੈਦਰ। ਉਹਦੇ ਲਈ ਯੂਜ਼ ਕਰਨਾ ਹੈ ਟੂ ਬਾਈਂਡ ਟੂਗੈਦਰ। ਆਪਾਂ ਕਹਿੰਦੇ ਨਾ, ਗੁਰੂ ਨੇ ਕਿਹਾ ਮਿਲ ਜੁਲ ਕੇ ਰਹੋ, ਅਸੀਂ ਕਹਿੰਦੇ ਹਿਲ ਜੁਲ ਕੇ ਰਹੋ। ਗੁਰੂ ਨੇ ਕਿਹਾ ਸਿਲੈਕਸ਼ਨ, ਅਸੀਂ ਕਿਹਾ ਇਲੈਕਸ਼ਨ। ਤੇ ਫਿਰ ਕਿਹੜੀ ਮੀਰੀ ਪੀਰੀ ਦੀਆਂ ਗੱਲਾਂ ਕਰਦੇ ਹਾਂ ਅਸੀਂ? ਨਾ ਗੁਰੂ ਦੀ ਅਸੀਂ ਸਿਲੈਕਸ਼ਨ ਮੰਨਦੇ ਹਾਂ, ਨਾ ਗੁਰੂ ਦੀ ਮਿਲ ਜੁਲ ਕੇ ਰਹਿਣ ਦੀ ਮੰਨਦੇ ਹਾਂ। ਹੈ ਕੌਮ, ਸਿਰਫ ਕੌਮ ਨਹੀਂ ਵਗੈਰਾ, ਈਵਨ ਸਿੱਖ ਕੌਮ ਦੇ ਵਿੱਚ ਪਾੜ ਇੰਨੇ ਪਾਤੇ, 15 ਅਕਾਲੀ ਦਲ ਖੜੇ ਕਰ ਲਏ, ਸੰਸਥਾਵਾਂ ਖੜੀਆਂ ਕਰ ਲਈਆਂ। ਫਿਰ ਉਹਨਾਂ ਨੂੰ ਜੋੜਨ ਦੀ ਜਿਹੜੀ ਸ਼ਕਤੀ ਸੀ ਉਹ ਸੀ ਅਕਾਲ ਤਖਤ ਸਾਹਿਬ। ਉਹ ਸਿਸਟਮ ਗੁਰਮਤੇ ਦਾ ਰਣਜੀਤ ਸਿੰਘ ਨੇ ਖਤਮ ਕੀਤਾ। ਫਿਰ ਉਹ ਰਣਜੀਤ ਸਿੰਘ ਵਾਲੇ ਖਾਲਸਾ ਰਾਜ ਚੱਲ ਰਿਹਾ। ਸਾਰੀਆਂ ਜਿੰਨੀਆਂ ਕੁਰੀਤੀਆਂ ਨੇ ਉਹ ਚੱਲੀ ਜਾਓ ਤੇ ਕਹੀ ਜਾਓ ਖਾਲਸਾ ਰਾਜ ਹੈ।
ਉਹ ਚੱਲਣਾ ਕਿਸ ਤਰ੍ਹਾਂ ਕੰਮ ਕਰੇ ਅਕਾਲ ਤਖਤ ਸਾਹਿਬ ਜਿਹੜਾ ਤੁਸੀਂ ਜੇ ਦੱਸੋ ਕਿਸ ਤਰ੍ਹਾਂ ਕੰਮ ਕੀਤਾ ਜਾਵੇ ਅਕਾਲ ਤਖਤ ਮੈਂ ਸਾਹਿਬ? ਤਾਂ ਮੇਰੇ ਕੋਲ ਕੋਈ ਅਥਾਰਟੀ ਨਹੀਂ ਉਹਨਾਂ ਨੂੰ ਕਹਿਣ ਨੂੰ। ਮੇਰੇ ਤਾਂ ਇਹ ਵੀ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਚਲਾਇਆ ਸੀ, ਜਿਸ ਤਰ੍ਹਾਂ ਮਿਸਲ ਪੀਰੀਅਡ ਚੱਲਿਆ, ਮਿਸਲ ਪੀਰੀਅਡ ਸੀ ਕਿ ਇਹ ਗੁਰੂ ਸਾਹਿਬ ਤੋਂ ਇਹ ਚੱਲਦੀ ਆ ਰਹੀ ਸੀ। ਮੈਂ 1994 ਦਾ ਇੱਕ ਸੈਮੀਨਾਰ ਸੀ ਚੰਡੀਗੜ੍ਹ, ਉਹਦੇ 'ਚ ਵੀ ਇਹ ਗੱਲ ਕੀਤੀ ਸੀ ਕਿ ਛਮਾਈ ਮੀਟਿੰਗ ਹੈ ਵਿਸਾਖੀ ਤੇ ਦੀਵਾਲੀ ਨੂੰ, ਸਾਰੀਆਂ ਸੰਸਥਾਵਾਂ ਉੱਥੇ ਆਉਂਦੀਆਂ, ਸਾਰੀਆਂ ਸੰਸਥਾਵਾਂ ਦੇ ਰਿਪਰੈਜ਼ੈਂਟੇਟਿਵ। ਸਰਬੱਤ ਖਾਲਸਾ ਹੈ ਨਹੀਂ ਹੁੰਦਾ ਵੀ ਸਾਰਾ ਹੀ ਖਾਲਸਾ ਇੱਕ ਸਾਥ ਲੈਣਾ। ਉਹ ਆਪਣੇ ਆਪਣੇ ਇਲਾਕੇ ਦੀਆਂ ਚੀਜ਼ਾਂ ਲੈ ਕੇ ਆਣਗੇ ਵੀ ਆਹ ਸਾਡੀ ਉੱਥੇ ਦੀ ਪ੍ਰੋਬਲਮਸ ਨੇ, ਠੀਕ ਹੈ। ਚਾਹੇ ਸਿੰਘ ਸਭਾ ਗੁਰਦੁਆਰੇ ਨੇ, ਹੁਣ ਜਿਵੇਂ ਗੁਰਦੁਆਰਾ ਲੁਧਿਆਣੇ ਦੇ ਗੁਰਦੁਆਰੇ ਇੱਥੇ 200 ਗੁਰਦੁਆਰਾ ਹੋਵੇ, ਪਹਿਲੇ 200 ਗੁਰਦੁਆਰੇ ਵਾਲੇ ਆਪਣੀ ਇੱਥੇ ਮੀਟਿੰਗ ਕਰਨ, 4-5 ਬੰਦੇ ਆਪਣੇ ਰਿਪਰੈਜ਼ੈਂਟੇਟਿਵ ਚੁਣਨ ਵੀ ਉੱਥੇ ਜਾਣ, ਠੀਕ ਹੈ। ਉਹ ਜਿਹੜਾ ਫਿਰ ਉੱਥੇ ਫਿਰ ਮੁੱਦਾ ਉਹਦੇ 'ਚ ਚੁਣਿਆ ਵੀ ਆਹ ਪੰਥਕ ਮੁੱਦਾ, ਪੰਥਕ ਮੁੱਦੇ ਤੇ ਗੁਰਮਤਾ ਹੋ ਜਾਂਦਾ ਸੀ। ਉਹ ਗੁਰਮਤਾ ਜਿਹੜਾ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਉਹਦੇ ਮੁਤਾਬਕ ਗੁਰਮਤਾ ਕਰ ਦਿੰਦੇ ਸੀ, ਠੀਕ ਹੈ। ਇਹ ਸਿਸਟਮ ਹੈ ਜਿਹੜਾ ਗੁਰੂ ਤੋਂ ਚੱਲਦਾ। ਔਰ ਰਣਜੀਤ ਸਿੰਘ ਨੇ ਤੋੜਿਆ, ਐਸਾ ਤੋੜਿਆ ਕਿ ਮੁੜ ਕੇ ਵੱਜਿਆ ਨਹੀਂ ਗਿਆ। ਠੀਕ। ਦੂਸਰੀ ਗੱਲ ਹੈ ਕਿ ਅਸੀਂ ਸਮਰਪਿਤ ਗੁਰੂ ਨੂੰ ਨਹੀਂ ਹੈ, ਅਸੀਂ ਸਮਰਪਿਤ ਹਾਂ ਆਪਣੇ ਜਿਨ੍ਹਾਂ ਨੇ ਸਾਨੂੰ ਥਾਪਿਆ ਲਗਾਇਆ। ਇਹ ਜਦੋਂ ਅਸੀਂ ਇੰਡੀਪੈਂਡੈਂਸ ਕਹਿੰਦੇ, ਸਿੱਖ ਇੱਕ ਇੰਡੀਪੈਂਡੈਂਟ ਕੌਮ ਹੈ। ਆਰਟੀਕਲ 25 ਮੈਂ ਯਾਦ ਹੈ ਮੈਨੂੰ 2000 ਜੁਲਾਈ 2000 ਇਹ ਵਾਜਪਾਈ ਸਾਹਿਬ ਦੇ ਟਾਈਮ ਹੈ, ਕੌਂਸਟੀਟਿਊਸ਼ਨ ਰਿਵਿਊ ਕਮੇਟੀ ਬਣੀ ਸੀ। ਉਹਦੇ 'ਚ ਉਹਨਾਂ ਨੇ ਮੰਗਿਆ ਵੀ ਕਿਹੜੇ ਕਿਹੜੇ ਤੁਹਾਡੇ ਮੁੱਦੇ ਨੇ ਕੌਂਸਟੀਟਿਊਸ਼ਨ। ਸਿਰਫ ਆਰਟੀਕਲ 25 ਹੀ ਨਹੀਂ ਸੀ, 32 ਆਰਟੀਕਲ ਹੋਰ ਸੀ ਜਿਹੜੇ ਸਿੱਖਾਂ ਦੇ ਹੱਕ 'ਚ ਨਹੀਂ ਜਾਂਦੇ ਸੀ। ਪੂਰੀ ਰਿਪੋਰਟ ਬਣਵਾਈ, ਉਹ ਮੈਂ ਭੇਜੀ। ਸਰਦਾਰ ਕਪੂਰ ਸਿੰਘ ਮੈਮੋਰੀਅਲ ਟਰਸਟ ਅਸੀਂ ਬਣਾਇਆ ਸੀ, ਉਹਦੇ ਅੰਡਰ ਲਗਾ ਕੇ ਬਕਾਇਦਾ ਵਕੀਲ ਕੀਤੇ ਨੇ, ਟੌਪ ਮੋਸਟ ਵਕੀਲ ਕੀਤੇ ਨੇ, ਉਹਨਾਂ ਤੋਂ ਇਹ ਬਣਵਾਈ ਰਿਪੋਰਟ ਭੇਜੀ। ਚੁੱਪ ਨੇ। ਅਸੀਂ ਆਰਟੀਕਲ 25 ਹੈ ਕਦੀ ਪਾੜਦਾ ਕਦੀ ਜਾੜਦਾ, ਤੇ ਜਦੋਂ ਕੁਰਸੀ ਮਿਲੀ ਫਿਰ ਬਹਿ ਗਏ। ਤੁਸੀਂ ਇਹਨਾਂ ਪਖੰਡ ਸ਼ੁਰੂ ਤੋਂ ਚੱਲਿਆ ਰਿਹਾ। ਬਲਦੇਵ ਸਿੰਘ ਐਂਡ ਹੁਕਮ ਸਿੰਘ ਦੋਵੇਂ ਕਹਿੰਦੇ ਸੀ ਨਾ ਵੀ ਇਹਨਾਂ ਨੇ ਕੌਂਸਟੀਟਿਊਸ਼ਨ ਦੇ ਸਾਈਨ ਨਹੀਂ ਕੀਤੇ। ਫਿਰ ਬਲਦੇਵ ਸਿੰਘ ਮਿਨਿਸਟਰ ਬਣਿਆ, ਕੌਂਸਟੀਟਿਊਸ਼ਨ ਦੇ ਸਾਈਨ ਕੀਤੇ। ਹੁਕਮ ਸਿੰਘ ਡਿਪਟੀ ਸਪੀਕਰ ਬਣਿਆ, ਕੌਂਸਟੀਟਿਊਸ਼ਨ ਦੇ ਸਾਈਨ ਕੀਤੇ ਨਾ। ਕਿਹੜੇ ਪਾਸੇ ਦੇ ਹੀਰੋ ਸਨ ਇਹ? ਕੋਈ ਹੀਰੋ ਨਹੀਂ ਸੀ। ਬਲਦੇਵ ਸਿੰਘ ਹੀ ਸੀ ਜਦੋਂ ਸੈਕੰਡ ਵਰਲਡ ਵਾਰ ਦੇ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਨੂੰ ਕਿਹਾ ਵੀ ਤੁਸੀਂ ਪਾਓ ਹੈਲਮਟ ਪਾਓ, ਤੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਕਹਿਤਾ ਵੀ ਨਹੀਂ ਪਾਉਣਗੇ ਕਿਉਂਕਿ ਸਿੱਖਾਂ ਦੀ ਇਹ ਹੈ ਨਹੀਂ, ਉਹਦੇ 'ਚ ਇਥਿਕਸ ਨਹੀਂ ਹੈ। ਲੇਕਿਨ ਉਹ ਕਹਿ ਰਿਹਾ, ਬਲਦੇਵ ਸਿੰਘ ਚਿੱਠੀ ਲਿਖ ਰਿਹਾ ਵੀ ਤੁਸੀਂ ਮੈਨੂੰ ਟਾਟਾ ਸਟੀਲ ਪਲਾਂਟ ਤੇ ਭਲਾਈ ਸਟੀਲ ਪਲਾਂਟ ਤੋਂ ਲੈ ਦਿਓ ਤੇ ਪਲੇਟਾਂ, ਤੇ ਮੈਂ ਤੁਹਾਨੂੰ ਹੈਲਮਟ ਟਾਈਪ ਪਗੜੀਆਂ ਬਣਾ ਦਾਂਗਾ, ਠੀਕ ਹੈ। ਉਹ ਗੱਲ ਚੱਲੀ ਨਹੀਂ, ਆ ਹੁਣ ਫੇਰ ਚੱਲ ਪਈ। ਹੁਣ ਆਪਾਂ ਚੁੱਪਾਂ, ਉਹ ਇਸ਼ੂ ਹੀ ਨਹੀਂ ਹੈ ਸਾਡਾ ਵੀ ਆਰਮੀ ਦੇ ਲਈ ਇੱਕ ਸਟੀਲ ਹੈਲਮਟ ਬਣਾਤੀ। ਕਿਆ ਬਾਤ ਹੈ ਯਾਰ। ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਡਿਸਾਈਡ ਹੋਇਆ ਵੀ ਨਹੀਂ, ਸਿੱਖ ਨਹੀਂ ਪਾਉਣਗੇ, ਅਸੀਂ ਇੱਥੇ ਆਪਣੇ ਪਾ ਰਹੇ ਹਾਂ। ਕਿਹੜੀ ਕੌਂਸਟੀਟਿਊਸ਼ਨ, ਕਿਹੜਾ ਮੀਰੀ ਪੀਰੀ, ਕਿਹੜੀ ਮਤਲਬ ਕਿ ਪੰਥ, ਕਿਹੜਾ ਸਿੱਖੀ। ਲਾਗੇ ਨੇ ਇਹਨਾਂ ਦੇ ਕੋਲ ਇੱਕ 5% ਵੀ ਹੁੰਦੀ ਨਾ, ਤੇ ਉਹਦਾ ਵੀ ਅੰਸ਼ ਕੁਝ ਕੰਮ ਲਿਆਂਦਾ, ਕੋਈ ਰੰਗ ਲਿਆਂਦਾ। ਸ਼ਤਾਬਦੀਆਂ ਲੱਭਦੇ ਨੇ ਵੀ ਗੁਰੂ ਕਿਤੇ ਸ਼ਤਾਬਦੀਆਂ ਦਾ ਮੁਹਤਾਜ ਹੈ। ਪਹਿਲਾਂ 100 ਸਾਲਾਂ ਹੁੰਦਾ ਸੀ, ਫਿਰ 550, 450, 350, ਹੁਣ ਪੌਣੇ ਤੇ ਆ ਜਾਣੇ ਨੇ 425, 325। ਸ਼ਤਾਬਦੀਆਂ ਨਾਲ ਤਾਂ ਕੋਈ ਸਿੱਖੀ ਦੇ ਵਾਧਾ ਨਹੀਂ ਹੋਇਆ। ਅੱਜ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਸਿਰਫ ਆਪਣਾ ਪਿਛਲੇ 5 ਸਾਲ ਦਾ ਇਤਿਹਾਸ ਖੋਲ ਕੇ ਇਹ ਦੱਸਣ ਵੀ ਇਹਨਾਂ ਨੇ ਕਿੰਨੇ ਬੰਦਿਆਂ ਨੂੰ ਅੰਮ੍ਰਿਤ ਛਕਾਇਆ। ਉਹਦੇ ਨਾਲ ਸਾਰੀ ਕੌਮ 2-2 ਵਾਰੀ ਅੰਮ੍ਰਿਤ ਛਕ ਚੁੱਕੀ ਹੈ। ਇਹੋ ਜਿਹੇ ਹਥਿਆਰ ਬੰਦ ਹੋ ਜਾਣਗੇ। ਕਿਉਂ ਇਹ ਸਾਨੂੰ ਗੁੰਮਰਾਹ ਕਰ ਰਹੇ ਨੇ, ਕੌਮ ਨੂੰ ਕਿਉਂ ਗੁੰਮਰਾਹ ਕਰ ਰਹੇ ਨੇ? ਆਈ ਡੋਂਟ ਲਾਈਕ। ਮੇਰੇ ਲਈ ਇਹ ਦੁਖਦਾਈ ਘਟਨਾ। ਜਥੇਦਾਰ ਸਾਹਿਬ ਨੂੰ ਆਰਜੀ ਕੋਈ ਨਹੀਂ ਲਾਦਾ, ਆਰਜੀ ਵੀ ਇਹਨਾਂ ਨੇ ਲਾਣੇ ਸ਼ੁਰੂ ਕੀਤੇ ਨੇ। ਆਰਜੀ ਦਾ ਕੀ ਮਤਲਬ? ਜਥੇਦਾਰ ਵੀ ਆਰਜੀ ਹੁੰਦੇ ਨੇ? ਕਦੀ ਦੇਖਿਆ ਵੀ ਸੁਪਰੀਮ ਕੋਰਟ ਦਾ ਜਿਹੜਾ ਜੱਜ ਹੈ ਉਹਨੂੰ ਅਡਾਕ ਦੇ ਤੌਰ ਤੇ ਲਾਇਆ ਹੋਇਆ? ਕਦੀ ਨਹੀਂ ਲੱਗਿਆ। ਸਾਰੀਆਂ ਟਰਮਾਂ ਅਸੀਂ ਆਪ ਬਣਾਈਆਂ, ਤੇ ਕਿੱਥੇ ਰਹਿ ਗਈ ਮੀਰੀ ਪੀਰੀ? ਸਿਆਸਤ ਤੋਂ ਬਾਹਰ ਆ ਜਾਣਾ ਚਾਹੀਦਾ ਇਹਨੂੰ। ਸਿਆਸਤ ਜਿਹੜੀ ਹੈ ਉਹਦੀ ਇੰਟਰਫੀਅਰੈਂਸ ਉਹ ਸਿਆਸਤ ਹੁੰਦੀ ਹੈ। ਬਾਕੀ ਜਿਹੜੀ ਹੈ ਸਿੱਖਾਂ ਦੀ ਸਿਆਸਤ ਗੁਰੂ ਦੇ ਸਿਧਾਂਤ ਮੁਤਾਬਕ ਜਿਹੜੀ ਹੈ ਉਹਨੂੰ ਚਲਾਉਣ ਦਾ ਕੰਮ ਅਕਾਲ ਤਖਤ ਸਾਹਿਬ ਦਾ। ਫਿਰ ਇਹਨਾਂ ਦੀ ਜੁਰਿਸਡਿਕਸ਼ਨਸ ਨੇ। ਜੇ ਲੋਕਲ ਮੈਟਰ ਈਸਟਰਨ ਜ਼ੋਨ ਦਾ ਤਾਂ ਉਹ ਤਖਤ ਪਟਨਾ ਸਾਹਿਬ ਡਿਸਾਈਡ ਕਰੇਗਾ। ਜੁਰਿਸਡਿਕਸ਼ਨ ਹੈ ਇਹ ਵੰਡੀ ਹੁੰਦੀ ਵੀ ਜਿਹੜੇ ਲੋਕਲ ਇਸ਼ੂਜ਼ ਨੇ ਉਹ ਉੱਥੇ ਕਰਨਗੇ, ਤੇ ਸੈਂਟਰਲ ਇਸ਼ੂ ਜਿਹੜੇ ਨੇ ਸਿਰਫ ਅਕਾਲ ਤਖਤ ਸਾਹਿਬ ਤੇ ਆਉਣਗੇ।
ਸ਼੍ਰੋਮਣੀ ਕਮੇਟੀ ਨੇ ਪਿੱਛੇ ਜੇ ਇੱਕ ਰੈਜ਼ੋਲੂਸ਼ਨ ਵੀ ਪਾਇਆ, ਸਾਲ 2 ਸਾਲ ਹੋ ਗਏ ਨੇ, ਵੀ ਪਹਿਲਾ ਮੁੱਦਾ ਸ਼੍ਰੋਮਣੀ ਕਮੇਟੀ ਕੋਲ ਹੈਗਾ, ਫਿਰ ਦੇਖਿਆ ਜਾਏਗਾ ਵੀ ਉਹ ਕਿਹੜਾ ਅਕਾਲ ਤਖਤ ਤੇ ਭੇਜਣਾ ਹੈ। ਅੱਜ ਤੱਕ ਤਾਂ ਹੁਣ ਸਾਰਾ ਕੁਝ ਅਕਾਲ ਤਖਤ ਤੇ ਭੇਜ ਦਿੰਦੇ ਨੇ। ਅਕਾਲ ਤਖਤ ਜਥੇਦਾਰ ਕੀ ਕਰੇਗਾ? ਮੈਂ ਭੇਜਿਆ ਉਹਦਾ ਜਿਹੜੀ ਲਾਇਬ੍ਰੇਰੀ ਦੇ ਗੁਆਚੀ ਦਾ ਸਾਹ ਗੁਰਮੀਤ ਸਿੰਘ ਹੈ, ਸਾਡੇ ਮੇਰੇ ਦੋਸਤ ਨੇ, ਉਹ ਚੀਜ਼ ਫੈਕਟਰੀ ਲਾਇਆ, ਉਹ ਕਹਿੰਦੇ ਮੈਨੂੰ ਭੇਜੋ, ਮੈਂ ਜਰਾ ਆਪਣਾ ਰਸੂਖ ਵਰਤ ਕੇ ਦੇਖਦਾ। ਤਾਂ ਬੀਬੀ ਜਗੀਰ ਕੋ ਉਹਦਾ ਰਸੂਖ ਵਰਤਿਆ ਤਾਂ ਬੀਬੀ ਜਗੀਰ ਤਾਂ ਚੁੱਪ ਕਰਤੀ। ਬੀਬੀ ਜਗੀਰ ਨੂੰ ਕੀ ਲੈਣਾ ਉਹਦੇ ਲਾਇਬ੍ਰੇਰੀ ਤੇ? ਉਹ ਤਾਂ ਢਕੀ ਬੈਠੀ ਆ, ਆਪ ਵੀ ਢਕੀ ਬੈਠੀ ਆ, ਤੇ ਜਿਹੜੇ ਬੰਦੇ ਚੋਰ ਨੇ ਉਹਨਾਂ ਨੂੰ ਢੱਕਦਾ। ਬਿਲਕੁਲ ਪ੍ਰੋਫੈਸਰ ਅਨੁਰਾਗ ਜੀ ਨੇ ਜਿਨ੍ਹਾਂ ਨੇ ਕਿਹਾ ਕਿ ਜੋ ਬਿਆਨ ਜਿਹੜਾ ਦਿੱਤਾ ਗਿਆ ਜਥੇਦਾਰ ਵੱਲੋਂ ਇਹ ਸਿਆਸੀ ਬਿਆਨ ਹੈਗਾ, ਸੋ ਸਿਆਸਤ ਤੋਂ ਪਰੇ ਹਟ ਕੇ ਜਿਹੜਾ ਬਸ ਇੱਕ ਕੌਮ ਦੇ ਲਈ ਅਕਾਲ ਤਖਤ ਨੂੰ ਜਿਹੜਾ ਕੰਮ ਕਰਨਾ ਚਾਹੀਦਾ। ਕੈਮਰਾਮੈਨ ਰਕੇਸ਼ ਦੇ ਨਾਲ ਨਰਿੰਦਰ ਬੈਂਦੂ, ਜਗਬਾਣੀ ਟੀਵੀ, ਲੁਧਿਆਣਾ।